ਆਪਾਂ ਪੁਰਾਣੇ ਸਮਿਆਂ ਦੇ ਵਿੱਚੋਂ ਥੋੜ੍ਹੀ ਜਿਹੀ ਗੱਲ ਲੈ ਕੇ ਜਾਂਦੇ ਹਾਂ ਵੀ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਵੀ ਪ੍ਰਮਾਤਮਾ ਨੇ ਸਰੀਰ ਵਾਹੁਣ ਨੂੰ ਦਿੱਤਾ ਹੈ ਤੇ ਸੁਰਤ ਟਿਕਾਉਣ ਨੂੰ ਦਿੱਤੀ ਹੈ। ਇੱਕ ਬੰਦਾ ਜਿਹੜਾ ਸੁਸਾਈਡ ਤੱਕ ਪਹੁੰਚ ਜਾਂਦਾ ਹੈ, ਸੁਸਾਈਡ ਅਟੈਂਪਟ ਕਰ ਲੈਂਦਾ ਹੈ, ਤਾਂ ਉਸ ਦੀ ਮੈਂਟਲੀ ਕੰਡੀਸ਼ਨ ਕੀ ਹੋਊਗੀ ਵੀ ਇੱਕ ਬੰਦੇ ਨੇ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲਈ। ਜਦ ਕਿ ਜੀਵਨ ਤੋਂ ਉੱਪਰ ਆਪਣੀ ਜਿਉਂਦੇ ਰਹਿਣ ਦੇ ਉੱਪਰ ਮੈਨੂੰ ਨਹੀਂ ਲੱਗਦਾ ਕੋਈ ਹੋਰ ਇਸ ਤੋਂ ਵੱਡੀ ਗੱਲ ਇਸ ਦੁਨੀਆ ਦੇ ਉੱਤੇ ਹੈਗੀ ਆ। ਅੱਜ ਦੇ ਟਾਈਮ ਦੇ ਵਿੱਚ ਮੈਂ ਇੱਕ ਮੈਂਟਲੀ ਯਾਨੀ ਕਿ ਇੱਕ ਕਮਜ਼ੋਰ ਮਾਨਸਿਕਤਾ ਦੀ ਗੱਲ ਕਰੂੰਗਾ ਵੀ ਮੋਟਾਪਾ ਘਟਾਉਣ ਲਈ ਵੀ ਸਾਨੂੰ ਕਿਸੇ ਬੰਦੇ ਦੀ ਲੋੜ ਪੈਂਦੀ ਹੈ। ਅਸੀਂ ਆਪਣੀ ਲਾਈਫ ਨੂੰ ਡਿਸਿਪਲਿਨ ਨਹੀਂ ਕਰ ਪਾ ਰਹੇ। ਡਿਪਰੈਸ਼ਨ ਇੱਕ ਬਹੁਤ ਵੱਡੀ ਬਿਮਾਰੀ ਹੈ। ਡਿਪਰੈਸ਼ਨ ਇੱਕ ਕਹਿੰਦੇ ਤਾਂ ਹੈਗੇ ਆ ਵੀ ਇਹਦਾ ਕੋਈ ਇਲਾਜ ਨਹੀਂ, ਪਰ ਇੱਕ ਕਿਉਰਡ ਚੀਜ਼ ਹੈ। ਕਿਉਰਡ ਕਾਹਦੇ ਨਾਲ ਹੈ? ਇੱਕ ਕਮਿਊਨੀਕੇਸ਼ਨ ਨਾਲ ਕਿਉਰਡ ਹੋ ਸਕਦੀ ਹੈ। ਇਹ ਤੁਹਾਡੇ ਆਲੇ ਦੁਆਲੇ ਦੇ ਰਿਲੇਸ਼ਨ ਆ ਜਿਹੜੇ ਉਹ ਤੁਹਾਨੂੰ ਇੱਕ ਕੰਫਰਟੇਬਲ ਮਾਹੌਲ ਦੇ ਕੇ, ਤੁਹਾਡੇ ਨਾਲ ਇੱਕ ਕੰਫਰਟੇਬਲ ਟਾਕ ਕਰਕੇ, ਤੁਹਾਨੂੰ ਅਸਲ ਮਾਇਨਿਆਂ ਦੇ ਵਿੱਚ ਤੁਹਾਡੇ ਸੈਲਫ ਕੌਨਫੀਡੈਂਸ ਨੂੰ ਬਿਲਡ ਕਰਨ ਵਿੱਚ ਤੁਹਾਡੀ ਹੈਲਪ ਕਰਕੇ ਇਸ ਚੀਜ਼ ਤੋਂ ਤੁਹਾਨੂੰ ਬਾਹਰ ਲਿਆ ਸਕਦੇ ਨੇ। ਅੱਜ ਦਾ ਜਿਹੜਾ ਸਮਾਂ ਹੀ ਹੈ ਇਹ ਇੰਨਾ ਜ਼ਿਆਦਾ ਫਾਸਟ ਹੋ ਚੁੱਕਿਆ ਹੈ, ਇੰਨਾ ਕੁ ਜ਼ਿਆਦਾ ਸਪੀਡ ਨਾਲ ਚੱਲ ਰਿਹਾ ਹੈ ਵੀ ਸਾਡੀ ਜਿਹੜੀ ਮਾਨਸਿਕਤਾ ਹੈ ਜਾਂ ਸਾਡਾ ਥਾਟ ਪ੍ਰੋਸੈਸ ਹੈ ਉਹ ਕਿਤੇ ਨਾ ਕਿਤੇ ਇੱਕ ਹੌਜ ਪੌਚ ਹੈ। ਯਾਨੀ ਕਿ ਹਰੇਕ ਬੰਦੇ ਦੇ ਵਿੱਚ ਬੜੀ ਜਲਦੀ ਅਮੀਰ ਬਣਨ ਦੀ ਇੱਛਾ, ਆਪਣੇ ਆਪ ਨੂੰ ਦੂਜੇ ਨਾਲ ਕੰਪੇਅਰ ਕਰਨ ਦੀ ਇੱਛਾ, ਸ਼ਾਰਟਕਟ ਵਰਤ ਕੇ ਜ਼ਿੰਦਗੀ 'ਚ ਕਾਮਯਾਬ ਹੋਣ ਦੀ ਇੱਛਾ। ਇਹ ਜਦੋਂ ਇੱਦਾਂ ਦੀਆਂ ਇੱਛਾਵਾਂ ਅਸੀਂ ਆਪਣੀਆਂ ਜਾਂ ਇੱਕ ਜੈਲਸੀ ਫੈਕਟਰ ਵੀ ਵੱਡਾ, ਜਦੋਂ ਅਸੀਂ ਇਸ ਚੀਜ਼ ਦੇ ਵਿੱਚ ਗਲਤੀਆਂ ਕਰਦੇ ਹਾਂ ਜਾਂ ਨੁਕਸਾਨ ਕਰਦੇ ਹਾਂ ਤਾਂ ਇਹ ਚੀਜ਼ਾਂ ਯਾਨੀ ਕਿ ਟਿਟ ਫॉर ਟੈਟ। ਤਾਂ ਪੰਜਾਬ ਦੇ ਵਿੱਚ ਪਿਛਲੇ ਦਿਨੀ ਇੱਕ ਘਟਨਾ ਵਾਪਰੀ ਸੀ। ਇੱਕ ਪਿਓ ਵੱਲੋਂ ਆਪਣੇ ਇੱਕ ਬੜੇ ਹੀ ਮਾਸੂਮ ਜਿਹੇ ਬੱਚੇ ਦਾ ਜਿਹੜਾ ਉਹ ਕਤਲ ਕਰ ਦਿੱਤਾ ਗਿਆ। ਤਾਂ ਉਸ ਤੋਂ ਬਾਅਦ ਮੈਂ ਉਸ ਪਿਓ ਦੀ ਵੀਡੀਓ ਦੇਖੀ, ਪਰ ਜਦੋਂ ਮੈਂ ਉਹਦਾ ਤਰਕ ਸੁਣਿਆ ਤਾਂ ਮੈਨੂੰ ਬੜਾ ਤਰਸ ਆਇਆ। ਹਾਂ, ਉਹਦੀ ਕਰਨੀ ਗਲਤ ਸੀਗੀ, ਕਰਨੀ ਦੀ ਸਜ਼ਾ ਉਹਨੂੰ ਭੁਗਤਣੀ ਪੈਣੀ ਹੈ। ਕਾਨੂੰਨੀ ਸਜ਼ਾ ਤਾਂ ਫਿਰ ਵੀ ਉਹਦਾ ਆਪ ਦਾ ਪੁੱਤ ਸੀ, ਪਰ ਉਹਦੀ ਸਜ਼ਾ ਉਹਨੂੰ ਸਾਰੀ ਉਮਰ ਹੀ ਭੁਗਤਣੀ ਪਊਗੀ ਹੁਣ। ਤਾਂ ਉਹਦੇ ਵਿੱਚ ਰੀਜ਼ਨ ਕੀ ਸੀ? ਇੱਕ ਮਾਨਸਿਕ ਸਥਿਤੀ ਦਾ ਇੰਬੈਲੈਂਸ ਹੋਣਾ ਸਭ ਤੋਂ ਵੱਡਾ ਕਾਰਨ ਸੀਗਾ ਇੱਕ ਪਿਓ ਵੱਲੋਂ ਆਪਣੇ ਪੁੱਤ ਦਾ ਕਤਲ ਕਰ ਦੇਣਾ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਰਾਣਾ ਹਰਸਿਮਰਨਜੀਤ। ਉਮੀਦ ਕਰਦਾ ਸਾਰੇ ਰਾਜੀ ਖੁਸ਼ੀ ਹੋਵੋਗੇ ਦੋਸਤੋ। ਤੇ ਅੱਜ ਫਿਰ ਇੱਕ ਨਵੀਂ ਗੱਲਬਾਤ ਦੇ ਨਾਲ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਜੀ। ਤੇ ਅੱਜ ਆਪਣਾ ਵਿਸ਼ਾ ਥੋੜਾ ਜਿਹਾ ਰਾਜਨੀਤਿਕ ਪੱਖ ਤੋਂ ਹਟ ਕੇ ਥੋੜਾ ਜਿਹਾ ਇੱਕ ਸਮਾਜੀ ਪੱਖ ਨੂੰ ਕੋਟ ਕਰੂਗਾ, ਕਿਉਂਕਿ ਪਿਛਲੇ ਕੁਝ ਕੁ ਦਿਨ ਪਹਿਲਾਂ ਇੱਕ ਘਟਨਾ ਵਾਪਰੀ ਆਪਣੇ ਪੰਜਾਬ ਦੇ ਵਿੱਚ ਹੀ, ਤੇ ਦੁਨੀਆ ਦੇ ਵਿੱਚ ਵੀ ਬੜੀਆਂ ਘਟਨਾਵਾਂ ਇਸ ਤਰੀਕੇ ਦੀਆਂ ਜਿਹੜੀਆਂ ਵਾਪਰਦੀਆਂ ਰਹਿੰਦੀਆਂ ਨੇ, ਜਿਹੜਾ ਇੱਕ ਬਹੁਤ ਹੀ ਵੱਡਾ ਇੱਕ ਜਿਹੜਾ ਗੰਭੀਰ ਮੁੱਦਾ ਇੱਕ ਆਪਣੇ ਸਮਾਜ ਦੇ ਵਿੱਚ ਦੇਖਿਆ ਜਾ ਰਿਹਾ, ਜਾਂ ਉਹ ਅੱਜ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਹੈ ਜਿਹੜਾ ਉਹ ਲੋਕਾਂ ਨੂੰ ਡਿਸਟਰਬ ਵੀ ਕਰ ਰਿਹਾ। ਜਾਣੀ ਕਿ ਤੁਸੀਂ ਕੈਪਸ਼ਨ ਤੋਂ ਅੰਦਾਜ਼ਾ ਲਾ ਹੀ ਲਿਆ ਹੋਣਾ ਵੀ ਅੱਜ ਆਪਾਂ ਗੱਲ ਕਰਾਂਗੇ ਇੱਕ ਮਾਨਸਿਕ ਸਿਹਤ ਦੀ, ਵੀ ਮਾਨਸਿਕ ਸਿਹਤ ਹੈ ਜਿਹੜੀ ਉਹ ਕਿਉਂ ਜ਼ਰੂਰੀ ਆ, ਉਹਦਾ ਧਿਆਨ ਰੱਖਣਾ ਕਿਉਂ ਜ਼ਰੂਰੀ ਆ। ਤੇ ਅੱਜ ਜਿਹੜੇ ਇਹ ਹਾਲਾਤ ਬਣਦੇ ਜਾ ਰਹੇ ਨੇ ਵੀ ਮਾਨਸਿਕ ਸਿਹਤ ਸੰਬੰਧੀ ਜਿਹੜੀਆਂ ਸਮੱਸਿਆਵਾਂ ਨੇ ਉਹ ਅੱਜ ਆਪਣੇ ਸਮਾਜ ਦੇ ਵਿੱਚ ਆਪਣੇ ਰਿਲੇਸ਼ਨਸ ਨੂੰ, ਆਪਣੇ ਪਰਿਵਾਰਕ ਤਾਣੇ ਬਾਣੇ ਨੂੰ, ਜਾਂ ਆਮ ਲੋਕਾਂ ਦੀ ਇੱਕ ਪ੍ਰੋਫੈਸ਼ਨਲ ਜਾਂ ਇੱਕ ਜਿਹੜੀ ਪਰਸਨਲ ਲਾਈਫ ਹੈ ਉਹਨੂੰ ਕਿਸ ਤਰੀਕੇ ਜਿਹੜਾ ਡਿਸਟਰਬ ਕਰ ਰਹੇ ਨੇ। ਤਾਂ ਉਹਦੇ ਵਿੱਚੋਂ ਬਹੁਤ ਹੀ ਗੰਭੀਰ ਰੂਪ ਦੀਆਂ ਜਿਹੜੀਆਂ ਘਟਨਾਵਾਂ ਨੇ ਦੋਸਤੋ ਸਾਹਮਣੇ ਆ ਰਹੀਆਂ ਨੇ। ਤਾਂ ਸ਼ਾਇਦ ਮੈਨੂੰ ਲੱਗਿਆ ਵੀ ਇਸ ਵਿਸ਼ੇ ਦੇ ਉੱਤੇ ਵੀ ਇੱਕ ਚਰਚਾ ਕਰਨੀ ਬੜੀ ਜ਼ਰੂਰੀ ਹੈ। ਤੇ ਅੱਜ ਦੀ ਆਪਣੀ ਟਾਕ ਦੇ ਵਿੱਚ ਮੈਂ ਕੋਈ ਇਹਦੇ ਜ਼ਿਆਦਾ ਹੱਲ ਤਾਂ ਨਹੀਂ ਤੁਹਾਨੂੰ ਇੰਨੇ ਦੱਸ ਪਾਊਂਗਾ, ਪਰ ਆਪਣੀ ਸਮਝ ਦੇ ਮੁਤਾਬਿਕ ਇੰਨਾ ਕੁ ਜ਼ਰੂਰ ਤੁਹਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੂੰਗਾ ਵੀ ਇਹ ਇੱਕ ਜ਼ਰੂਰੀ ਮੁੱਦਾ ਹੈ, ਇਹ ਇੱਕ ਜ਼ਰੂਰੀ ਗੱਲ ਕਰਨੀ ਆ, ਚਰਚਾ ਦਾ ਵਿਸ਼ਾ ਹੈ, ਜਿਹਦੇ ਉੱਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਆਪਣੇ ਆਲੇ ਦੁਆਲੇ ਦੇ ਵਿੱਚ, ਆਪਣੇ ਸਮਾਜ ਦੇ ਵਿੱਚ ਇਸ ਦੇ ਉੱਤੇ ਗੰਭੀਰਤਾ ਪੂਰਵਕ ਹੈ ਜਿਹੜਾ ਉਹ ਵਿਚਾਰ ਕਰਨ ਦੀ ਲੋੜ ਹੈ। ਕਿਉਂਕਿ ਤੁਹਾਡੇ ਆਲੇ ਦੁਆਲੇ ਵੀ ਬੜੇ ਲੋਕ ਏਦਾਂ ਦੇ ਤੁਹਾਨੂੰ ਮਿਲਦੇ ਹੋਣਗੇ, ਜਾਂ ਤੁਸੀਂ ਖੁਦ ਵੀ ਕਈ ਵਾਰ ਆਪਾਂ ਸਿਚੁਏਸ਼ਨਸ ਨੂੰ ਫੇਸ ਕਰਦੇ ਹੁੰਦੇ ਆ। ਪਰ ਕਈ ਵਾਰ ਜਿਹੜੇ ਮਾਨਸਿਕ ਤੌਰ ਤੇ ਸਟਰੋਂਗ ਬੰਦੇ ਹੁੰਦੇ ਨੇ ਜਾਂ ਇਨਸਾਨ ਹੁੰਦੇ ਨੇ, ਉਸ ਸਿਚੁਏਸ਼ਨ ਨੂੰ ਹੈਂਡਲ ਕਰ ਲੈਂਦੇ ਨੇ, ਆਪਣੇ ਆਪ ਨੂੰ ਉਸਦੇ ਵਿੱਚ ਯਾਨੀ ਕਿ ਸਟਕ ਨਹੀਂ ਹੋਣ ਦਿੰਦੇ, ਜਾਂ ਉਸ ਤੋਂ ਆਪਣੇ ਆਪ ਨੂੰ ਬਾਹਰ ਕੱਢ ਲੈਂਦੇ ਨੇ। ਤਾਂ ਪਹਿਲਾਂ ਮੈਂ ਕੁਝ ਸਮੱਸਿਆਵਾਂ ਦੀ ਜਾਂ ਜੋ ਘਟਨਾਵਾਂ ਦੀ ਤੁਹਾਡੇ ਨਾਲ ਚਰਚਾ ਕਰਕੇ ਆਪਾਂ ਇਸ ਚੀਜ਼ ਦੇ ਉੱਤੇ ਅੱਗੇ ਵਧਦੇ ਹਾਂ ਦੋਸਤੋ। ਤਾਂ ਪੰਜਾਬ ਦੇ ਵਿੱਚ ਪਿਛਲੇ ਦਿਨੀ ਇੱਕ ਘਟਨਾ ਵਾਪਰੀ ਸੀ। ਇੱਕ ਪਿਓ ਵੱਲੋਂ ਆਪਣੇ ਇੱਕ ਬੜੇ ਹੀ ਮਾਸੂਮ ਜਿਹੇ ਬੱਚੇ ਦਾ ਜਿਹੜਾ ਉਹ ਕਤਲ ਕਰ ਦਿੱਤਾ ਗਿਆ। ਤਾਂ ਉਸ ਤੋਂ ਬਾਅਦ ਮੈਂ ਉਸ ਪਿਓ ਦੀ ਵੀਡੀਓ ਦੇਖੀ, ਪਰ ਜਦੋਂ ਮੈਂ ਉਹਦਾ ਤਰਕ ਸੁਣਿਆ ਤਾਂ ਮੈਨੂੰ ਬੜਾ ਤਰਸ ਆਇਆ। ਹਾਂ, ਉਹਦੀ ਕਰਨੀ ਗਲਤ ਸੀਗੀ, ਕਰਨੀ ਦੀ ਸਜ਼ਾ ਉਹਨੂੰ ਭੁਗਤਣੀ ਪੈਣੀ ਹੈ। ਕਾਨੂੰਨੀ ਸਜ਼ਾ ਤਾਂ ਫਿਰ ਵੀ ਉਹਦਾ ਆਪ ਦਾ ਪੁੱਤ ਸੀ, ਪਰ ਉਹਦੀ ਸਜ਼ਾ ਉਹਨੂੰ ਸਾਰੀ ਉਮਰ ਹੀ ਭੁਗਤਣੀ ਪਊਗੀ ਹੁਣ। ਤਾਂ ਉਹਦੇ ਵਿੱਚ ਰੀਜ਼ਨ ਕੀ ਸੀ? ਇੱਕ ਮਾਨਸਿਕ ਸਥਿਤੀ ਦਾ ਇੰਬੈਲੈਂਸ ਹੋਣਾ ਸਭ ਤੋਂ ਵੱਡਾ ਕਾਰਨ ਸੀਗਾ ਇੱਕ ਪਿਓ ਵੱਲੋਂ ਆਪਣੇ ਪੁੱਤ ਦਾ ਕਤਲ ਕਰ ਦੇਣਾ। ਤੇ ਉਸ ਤੋਂ ਬਾਅਦ ਉਹਦੀ ਦਲੀਲ ਇਹ ਸੀਗੀ ਵੀ ਮੇਰੇ ਫਾਈਨੈਂਸ਼ੀਅਲ ਹਾਲਤ ਠੀਕ ਨਹੀਂ ਸੀਗੇ, ਮੈਂ ਤੰਗ ਪਰੇਸ਼ਾਨੀਆਂ ਦੇ ਨਾਲ ਸਾਹਮਣਾ ਕਰ ਰਿਹਾ ਸੀ, ਤਾਂ ਮੈਨੂੰ ਲੱਗਿਆ ਸ਼ਾਇਦ ਮੇਰਾ ਬੱਚਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਤੰਗੀਆਂ ਪਰੇਸ਼ਾਨੀਆਂ ਦੇ ਵਿੱਚ ਹੀ ਆਪਣੀ ਜ਼ਿੰਦਗੀ ਕੱਟੂਗਾ। ਇਸ ਕਰਕੇ ਅਸੀਂ ਦੋਨਾਂ ਨੇ
ਆਪਣੇ ਜੀਵਨ ਖਤਮ ਕਰਨ ਦਾ ਜਿਹੜਾ ਫੈਸਲਾ ਲਿਆ ਸੀ, ਜਿਸ ਵਿੱਚ ਉਸਨੇ ਬੱਚੀ ਨੂੰ ਪਹਿਲਾਂ ਯਾਨੀ ਕਿ ਮਾਰ ਦਿੱਤਾ, ਪਰ ਬਾਅਦ 'ਚ ਆਪਣੇ ਆਪ ਨੂੰ ਖਤਮ ਕਰਨਾ ਯਾਨੀ ਕਿ ਉਹਦੀ ਹਿੰਮਤ ਨਹੀਂ ਪਈ। ਤਾਂ ਏਦਾਂ ਦੀ ਇੱਕ ਘਟਨਾਵਾਂ ਵੱਖ-ਵੱਖ ਦੇਸ਼ਾਂ ਦੇ ਵਿੱਚ ਵਰਤਦੀਆਂ ਨੇ, ਜਿੱਥੇ ਇੱਕ ਬੜੀਆਂ ਕਰੂਅਲ ਯਾਨੀ ਕਿ ਇਨਸੀਡੈਂਟ ਸਾਹਮਣੇ ਆਉਂਦੇ ਨੇ। ਇੱਕ ਉਹਦੇ ਵਿੱਚ ਮੈਂ ਇੱਕ ਗੱਲ ਕਰੂੰਗਾ, ਤੇ ਇੱਕ ਲੂਸੀ ਨਾਮ ਦੀ ਨਰਸ ਵੱਲੋਂ ਅਮਰੀਕਾ ਦੇ ਵਿੱਚ ਕਿੰਨੇ ਹੀ ਨਵਜੰਮੇ ਬੱਚਿਆਂ ਦਾ ਕਤਲ ਕੀਤਾ ਗਿਆ। ਉਹ ਵੀ ਮੈਂਟਲੀ ਡਿਸਆਰਡਰ ਸੀ, ਉਹ ਮੈਂਟਲੀ ਤੌਰ ਤੇ ਪਰੇਸ਼ਾਨ ਲੇਡੀ ਸੀ। ਤੇ ਹੋਰ ਵੀ ਰੇਪਿਸਟ ਹੁੰਦੇ ਨੇ, ਹੋਰ ਕਈ ਤਰ੍ਹਾਂ ਦੇ ਏਦਾਂ ਦੇ ਆਪਾਂ ਸੀਰੀਅਲ ਕਿਲਿੰਗ ਦੇਖਦੇ ਹਾਂ, ਜਾਂ ਆਪਾਂ ਘਟਨਾਵਾਂ ਜਿਹੜੀਆਂ ਸੁਣੀਆਂ ਨੇ, ਇਹ ਸਾਰੀਆਂ ਇੱਕ ਮੈਂਟਲ ਕੰਡੀਸ਼ਨ ਨੂੰ ਹੀ ਬਿਆਨ ਕਰਦੀਆਂ ਨੇ। ਜਾਂ ਤੁਸੀਂ ਇਹਨੂੰ ਇੱਥੇ ਅੰਦਾਜ਼ਾ ਲਾ ਸਕਦੇ ਹੋ ਵੀ ਇੱਕ ਬੰਦਾ ਜਿਹੜਾ ਸੁਸਾਈਡ ਤੱਕ ਪਹੁੰਚ ਜਾਂਦਾ ਹੈ ਤੇ ਸੁਸਾਈਡ ਅਟੈਂਪਟ ਕਰ ਲੈਂਦਾ ਹੈ, ਤਾਂ ਉਸਦੀ ਮੈਂਟਲੀ ਕੰਡੀਸ਼ਨ ਕੀ ਹੋਊਗੀ ਵੀ ਇੱਕ ਬੰਦੇ ਨੇ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲਈ। ਜਦ ਕਿ ਜੀਵਨ ਤੋਂ ਉੱਪਰ ਆਪਣੀ ਜਿਉਂਦੇ ਰਹਿਣ ਦੇ ਉੱਪਰ ਮੈਨੂੰ ਨਹੀਂ ਲੱਗਦਾ ਕੋਈ ਹੋਰ ਇਸ ਤੋਂ ਵੱਡੀ ਗੱਲ ਇਸ ਦੁਨੀਆ ਦੇ ਉੱਤੇ ਹੈਗੀ ਆ, ਵੀ ਇੱਕ ਬੰਦਾ ਜਿਉਂਦਾ, ਜਾਗਦਾ ਤੇ ਤੰਦਰੁਸਤ ਹੈ। ਹਰੇਕ ਸਮੱਸਿਆ ਦਾ ਹੱਲ ਹੁੰਦਾ, ਪਰ ਫਿਰ ਵੀ ਏਦਾਂ ਦੀਆਂ ਘਟਨਾਵਾਂ ਸਾਨੂੰ ਸੋਚਣ ਤੇ ਮਜਬੂਰ ਕਰਦੀਆਂ ਨੇ ਦੋਸਤੋ। ਤਾਂ ਆਓ ਇਸ ਵਿਸ਼ੇ ਕਰਕੇ ਅੱਜ ਦੀ ਆਪਣੀ ਚਰਚਾ ਦਾ ਜਿਹੜਾ ਟੌਪਿਕ ਹੈ ਉਹ ਮਾਨਸਿਕ ਸਿਹਤ। ਤਾਂ ਦੋਸਤੋ ਗੱਲ ਅੱਗੇ ਸ਼ੁਰੂ ਕਰਦੇ ਹਾਂ। ਆਪਾਂ ਪੁਰਾਣੇ ਸਮਿਆਂ ਦੇ ਵਿੱਚੋਂ ਥੋੜ੍ਹੀ ਜਿਹੀ ਗੱਲ ਲੈ ਕੇ ਜਾਂਦੇ ਹਾਂ, ਵੀ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਵੀ ਪ੍ਰਮਾਤਮਾ ਨੇ ਸਰੀਰ ਵਾਹੁਣ ਨੂੰ ਦਿੱਤਾ ਹੈ ਤੇ ਸੁਰਤ ਟਿਕਾਉਣ ਨੂੰ ਦਿੱਤੀ ਹੈ। ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਫਿਜ਼ੀਕਲੀ ਵਰਕ ਬਹੁਤ ਜ਼ਿਆਦਾ ਕੀਤਾ ਜਾਂਦਾ ਸੀਗਾ, ਜਾਂ ਜਾਣੀ ਕਿ ਜੋ ਵੀ ਤਾਣਾ-ਬਾਣਾ ਸੀਗਾ ਉਹ ਫਿਜ਼ੀਕਲੀ ਸਰੀਰਕ ਤੌਰ ਤੇ ਸਰੀਰਕ क्षमता ਦੇ ਉੱਤੇ ਹੀ ਨਿਰਭਰ ਕਰਦਾ ਹੁੰਦਾ ਸੀ। ਤੇ ਜਿਹੜਾ ਦਿਮਾਗ ਹੁੰਦਾ ਸੀ ਉਹ ਬੜਾ ਤਰੋ-ਤਾਜ਼ਾ, ਟੈਨਸ਼ਨ ਫਰੀ ਜਾਂ ਸਟ੍ਰੈਸ ਫਰੀ ਹੁੰਦਾ ਸੀਗਾ, ਪਰ ਉਹ ਜ਼ਿਆਦਾਤਰ ਫਿਰ ਉਹ ਪ੍ਰਮਾਤਮਾ ਦੇ ਨਾਂ ਜਾਂ ਏਦਾਂ ਦੀਆਂ ਗੱਲਾਂ ਦੇ ਵਿੱਚ ਹੀ ਲਾਉਂਦੇ ਸੀ। ਤਾਂ ਇਸ ਕਰਕੇ ਇੱਕ ਬੜਾ ਵਧੀਆ ਕੋਟ ਸੀ ਵੀ ਸਿਹਤ ਹੈ, ਜਿਹੜੀ ਸਰੀਰ ਹੈ, ਉਹ ਵਾਹੁਣ ਲਈ ਦਿੱਤਾ ਪ੍ਰਮਾਤਮਾ, ਤੇ ਜਿਹੜੀ ਸੁਰਤ ਹੈ ਉਹ ਟਿਕਾਉਣ ਲਈ ਦਿੱਤੀ ਹੈ। ਪਰ ਹੁਣ ਤੁਸੀਂ ਅੱਜ ਦੀ ਸਿਚੁਏਸ਼ਨ ਜੇ ਆਪਾਂ ਕੰਸੀਡਰ ਕਰੀਏ, ਤਾਂ ਅੱਜ ਦੀ ਸਿਚੁਏਸ਼ਨ ਕੀ ਬਣੀ ਹੋਈ ਹੈ। ਜਿੰਨਾ ਵੀ ਵਰਕਲੋਡ ਹੈ, ਜਾਂ ਜਿੰਨਾ ਵੀ ਪ੍ਰੋਫੈਸ਼ਨਲਿਜ਼ਮ ਹੈ, ਜਾਂ ਜਿੰਨੇ ਵੀ ਅੱਜ ਦੇ ਸਮੇਂ ਤਾਂ AI ਵੀ ਲਾ ਲਓ ਵੀ ਤੁਸੀਂ ਦੁਨੀਆ ਨੂੰ ਦੇਖਣ ਨੂੰ ਮਿਲ ਰਹੀ ਹੈ, ਇਹ ਸਾਰੀਆਂ ਮੈਂਟਲੀ ਯਾਨੀ ਕਿ ਜਿਹੜਾ ਆਪਾਂ ਨੇ ਆਪਣੀ ਸਰਵਾਈਵੇਸ਼ਨ ਦਾ ਭਾਰ ਸਰੀਰ ਦੇ ਉੱਤੇ ਸੀਗਾ, ਉਹ ਪਿਛਲੇ ਕੁਝ ਕੁ ਦਹਾਕਿਆਂ ਤੋਂ, ਜਿਹਨੂੰ ਵਿੱਚ ਆਪਾਂ 21ਵੀਂ ਸਦੀ ਕਹਿੰਦੇ ਯੁੱਗ ਵਿਗਿਆਨ ਦਾ, ਤਾਂ ਉਹ ਜਿਹੜਾ ਸਾਰਾ ਸਰਵਾਈਵੇਸ਼ਨ ਦਾ ਪ੍ਰੈਸ਼ਰ ਸੀ, ਉਹ ਮਿਹਨਤ ਸੀ, ਠੀਕ ਹੈ ਜੀ, ਉਹ ਸਾਰੀ ਆਪਣੀ ਸ਼ਿਫਟ ਹੋ ਗਈ ਮੈਂਟਲੀ, ਦਿਮਾਗ ਦੇ ਉੱਤੇ। ਤਾਂ ਇਸ ਤਰੀਕੇ ਆਪਣਾ ਜਿਹੜਾ ਦਿਮਾਗ ਦਾ ਜਿਹੜਾ ਆਪਣਾ ਵਰਤਣਾ ਉਹ ਜ਼ਿਆਦਾ ਵੱਧ ਗਿਆ, ਸਰੀਰ ਦਾ ਵਰਤਣਾ ਆਪਣਾ ਘਟ ਗਿਆ। ਇਹਦੀ ਵੀ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਅੱਜ-ਕੱਲ੍ਹ ਆਪਾਂ ਨੂੰ ਸਿਹਤ ਨੂੰ ਸਾਂਭਣ ਲਈ ਜਿੰਮ ਜਾਣਾ ਪੈਂਦਾ। ਚਲੋ ਬਣਾਉਣ ਲਈ ਤਾਂ ਜਾਣਾ ਹੀ ਪੈਂਦਾ ਸੀ, ਪਰ ਉਹਨੂੰ ਸਾਂਭਣ ਲਈ ਵੀ ਜਾਣਾ ਪੈਂਦਾ। ਤੇ ਉਸ ਤੋਂ ਬਾਅਦ ਲਾ ਲਓ ਵੀ ਮੋਟਾਪਾ ਘਟਾਉਣ ਲਈ ਆਪਾਂ ਨੂੰ ਕਿੰਨੇ ਜ਼ਿਆਦਾ ਅੱਜ ਦੇ ਟਾਈਮ ਦੇ ਵਿੱਚ ਇਨਫਲੂਐਂਸਰਾਂ ਦੀ ਲੋੜ ਪੈਂਦੀ ਹੈ, ਡਾਇਟੀਸ਼ੀਅਨਾਂ ਦੀ ਲੋੜ ਪੈਂਦੀ ਹੈ, ਇੱਕ ਸਿਸਟਮ ਦੀ। ਚਲੋ ਹਰੇਕ ਦੀ ਆਪਣੀ ਨੌਲੇਜ ਹੁੰਦੀ ਹੈ, ਨੌਲੇਜ ਨੂੰ ਸ਼ੇਅਰ ਕਰਨਾ, ਵਰਤਣਾ ਚਾਹੀਦਾ। ਪਰ ਅੱਜ ਦੇ ਟਾਈਮ ਦੇ ਵਿੱਚ ਮੈਂ ਇੱਕ ਮੈਂਟਲੀ ਯਾਨੀ ਕਿ ਇੱਕ ਕਮਜ਼ੋਰ ਮਾਨਸਿਕਤਾ ਦੀ ਗੱਲ ਕਰੂੰਗਾ ਵੀ ਮੋਟਾਪਾ ਘਟਾਉਣ ਲਈ ਵੀ ਸਾਨੂੰ ਕਿਸੇ ਬੰਦੇ ਦੀ ਲੋੜ ਪੈਂਦੀ ਹੈ। ਅਸੀਂ ਆਪਣੀ ਲਾਈਫ ਨੂੰ ਡਿਸਿਪਲਿਨ ਨਹੀਂ ਕਰ ਪਾ ਰਹੇ, ਤੇ ਇਹੀ ਜਿਹੜਾ ਇਨਡਿਸਿਪਲਿਨ ਹੈ, ਇਹ ਸਾਡੀ ਮੈਂਟਲੀ ਕੰਡੀਸ਼ਨ ਨੂੰ, ਸਾਡੇ ਥਾਟਸ ਦੇ ਵਿੱਚ ਆ ਗਿਆ, ਜਿਸ ਕਰਕੇ ਜਿਹੜੀਆਂ ਇਹ ਮਾਨਸਿਕ ਸਮੱਸਿਆਵਾਂ ਨੇ, ਜਿਹੜੀਆਂ ਉਹ ਡੇ ਬਾਏ ਡੇ ਵੱਧਦੀਆਂ ਜਾ ਰਹੀਆਂ ਨੇ। ਚਾਹੇ ਉਹ ਡਿਪਰੈਸ਼ਨ ਲਾ ਲਓ, ਚਾਹੇ ਸੈਲਫ ਕੌਨਫੀਡੈਂਸ ਦੀ ਕਮੀ ਲਾ ਲਓ, ਚਾਹੇ ਆਪਣੇ ਆਪ ਨੂੰ ਕਿਸੇ ਸਿਚੁਏਸ਼ਨ ਦੇ ਵਿੱਚ ਸਟਕ ਮਹਿਸੂਸ ਕਰਨਾ, ਜਾਂ ਕੁਛ ਵੀ ਜ਼ਿੰਦਗੀ ਦੇ ਵਿੱਚ ਕੋਈ ਏਦਾਂ ਦੀ ਘਟਨਾ ਹੋ ਜਾਣੀ, ਜਾਂ ਕਿਸੇ ਪਰਿਵਾਰਕ ਮੈਂਬਰ ਦੀ ਡੈਥ ਹੋ ਜਾਣੀ, ਜਾਂ ਕੋਈ ਵੱਡਾ ਲਾਸ ਹੋ ਜਾਣਾ, ਜਾਂ ਤੁਸੀਂ ਬਾਰ-ਬਾਰ ਕਿਸੇ ਅਟੈਂਪਟ 'ਚੋਂ ਫੇਲ ਹੋ ਜਾਣਾ, ਜਾਂ ਗੇਮ ਹਾਰ ਜਾਣਾ, ਜਾਂ ਬੱਚਿਆਂ ਦੇ ਵਿੱਚ ਜ਼ਿਆਦਾਤਰ ਦੇਖਿਆ ਜਾਂਦਾ ਪੇਰੈਂਟਸ ਉਹਨਾਂ ਨੂੰ ਪੁਸ਼ ਕਰਦੇ ਨੇ ਤੇ ਉਹਨਾਂ ਤੋਂ ਉਹ ਟਾਰਗੇਟ ਅਚੀਵ ਨਾ ਹੋਣਾ। ਤਾਂ ਇਹ ਸਾਰੀਆਂ ਚੀਜ਼ਾਂ ਜਦੋਂ ਦਿਮਾਗ ਦੇ ਉੱਤੇ ਅਸਰ ਪਾਉਂਦੀਆਂ ਨੇ, ਜਾਂ ਇਹਨਾਂ ਚੀਜ਼ਾਂ ਦਾ ਅਸੀਂ ਪ੍ਰਭਾਵ ਆਪਣੇ ਦਿਮਾਗ ਦੇ ਉੱਤੇ ਪ੍ਰੈਸ਼ਰ ਦੇ ਰੂਪ ਦੇ ਵਿੱਚ ਪਾ ਲੈਂਦੇ ਹਾਂ, ਤਾਂ ਅਸੀਂ ਇਹ ਆਪਣੇ ਮੈਂਟਲੀ ਕੰਡੀਸ਼ਨ ਨੂੰ ਲੈ ਕੇ ਡਿਸਆਰਡਰ ਦੇ ਵਿੱਚ ਕਨਵਰਟ ਆ ਜਾਂਦੇ ਹਾਂ, ਤੇ ਉਹਨੂੰ ਇੰਬੈਲੈਂਸ ਕਰ ਲੈਂਦੇ ਹਾਂ। ਤੇ ਇਸ ਕਰਕੇ ਹੀ ਅੱਜ ਦੇ ਦਿਨਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਆਮ ਦੇਖਣ ਨੂੰ ਮਿਲਣਗੀਆਂ। ਡਿਪਰੈਸ਼ਨ ਇੱਕ ਬਹੁਤ ਵੱਡੀ ਬਿਮਾਰੀ ਹੈ। ਡਿਪਰੈਸ਼ਨ ਇੱਕ ਕਹਿੰਦੇ ਤਾਂ ਹੈਗੇ ਆ ਵੀ ਇਹਦਾ ਕੋਈ ਇਲਾਜ ਨਹੀਂ, ਪਰ ਇਹ ਇੱਕ ਕਿਉਰਡ ਚੀਜ਼ ਹੈ। ਕਿਉਰਡ ਕਾਹਦੇ ਨਾਲ ਹੈ? ਇੱਕ ਕਮਿਊਨੀਕੇਸ਼ਨ ਨਾਲ ਕਿਉਰ ਹੋ ਸਕਦੀ ਹੈ। ਇਹ ਤੁਹਾਡੇ ਆਲੇ-ਦੁਆਲੇ ਦੇ ਰਿਲੇਸ਼ਨ ਆ ਜਿਹੜੇ, ਉਹ ਤੁਹਾਨੂੰ ਇੱਕ ਕੰਫਰਟੇਬਲ ਮਾਹੌਲ ਦੇ ਕੇ, ਤੁਹਾਡੇ ਨਾਲ ਇੱਕ ਕੰਫਰਟੇਬਲ ਟਾਕ ਕਰਕੇ, ਤੁਹਾਨੂੰ ਅਸਲ ਮਾਇਨਿਆਂ ਦੇ ਵਿੱਚ ਤੁਹਾਡੇ ਸੈਲਫ ਕੌਨਫੀਡੈਂਸ ਨੂੰ ਬਿਲਡ ਕਰਨ ਵਿੱਚ ਤੁਹਾਡੀ ਹੈਲਪ ਕਰਕੇ ਇਸ ਚੀਜ਼ ਤੋਂ ਤੁਹਾਨੂੰ ਬਾਹਰ ਲਿਆ ਸਕਦੇ ਨੇ। ਜਿਹਦੇ ਕਰਕੇ ਅੱਜ-ਕੱਲ੍ਹ ਡਾਕਟਰਸ ਵੀ ਜਿਹੜੇ ਨੇ ਉਹ ਇਸ ਚੀਜ਼ ਦੀਆਂ ਜਿਹੜੀਆਂ ਕਾਉਂਸਲਿੰਗਸ ਦਿੰਦੇ ਨੇ ਵੀ ਹਾਂ ਸਾਨੂੰ ਕਾਉਂਸਲਿੰਗ ਲੈਣੀ ਚਾਹੀਦੀ ਹੈ। ਪਰ ਆਪਣੇ ਆਲੇ-ਦੁਆਲੇ ਦੇ ਵਿੱਚ ਆਪਾਂ ਅਕਸਰ ਦੇਖਦੇ ਹਾਂ ਅੱਜ ਦਾ ਜਿਹੜਾ
ਸਮਾਂ ਹੀ ਹੈ, ਇਹ ਇੰਨਾ ਜ਼ਿਆਦਾ ਫਾਸਟ ਹੋ ਚੁੱਕਿਆ ਹੈ, ਇੰਨਾ ਕੁ ਜ਼ਿਆਦਾ ਸਪੀਡ ਨਾਲ ਚੱਲ ਰਿਹਾ ਹੈ, ਵੀ ਸਾਡੀ ਜਿਹੜੀ ਮਾਨਸਿਕਤਾ ਹੈ ਜਾਂ ਸਾਡਾ ਥੌਟ ਪ੍ਰੋਸੈਸ ਹੈ, ਉਹ ਕਿਤੇ ਨਾ ਕਿਤੇ ਇੱਕ ਹੌਚ-ਪੌਚ ਹੈ। ਯਾਨੀ ਕਿ ਹਰੇਕ ਬੰਦੇ ਦੇ ਵਿੱਚ ਬੜੀ ਜਲਦੀ ਅਮੀਰ ਬਣਨ ਦੀ ਇੱਛਾ, ਆਪਣੇ ਆਪ ਨੂੰ ਦੂਜੇ ਨਾਲ ਕੰਪੇਅਰ ਕਰਨ ਦੀ ਇੱਛਾ, ਤੇ ਲਾ ਲਓ ਵੀ ਸ਼ਾਰਟਕੱਟ ਵਰਤ ਕੇ ਜ਼ਿੰਦਗੀ 'ਚ ਕਾਮਯਾਬ ਹੋਣ ਦੀ ਇੱਛਾ। ਇਹ ਜਦੋਂ ਏਦਾਂ ਦੀਆਂ ਇੱਛਾਵਾਂ ਅਸੀਂ ਆਪਣੀਆਂ ਜਾਂ ਇੱਕ ਜੈਲਸੀ ਫੈਕਟਰ ਵੀ ਵੱਡਾ, ਜਦੋਂ ਅਸੀਂ ਇਸ ਚੀਜ਼ ਦੇ ਵਿੱਚ ਗਲਤੀਆਂ ਕਰਦੇ ਹਾਂ ਜਾਂ ਨੁਕਸਾਨ ਕਰਦੇ ਹਾਂ, ਤਾਂ ਇਹ ਚੀਜ਼ਾਂ ਯਾਨੀ ਕਿ ਟਿਟ ਫॉर ਟੈਟ, ਠੀਕ ਨੀ? ਵੀ ਜਿਵੇਂ ਇਹ ਵੀ ਐਗਜ਼ਾਮਪਲਾਂ ਬਣੀਆਂ ਨੇ ਵੀ ਜਿਵੇਂ ਦਾ ਬੀਜੋਗੇ ਉਵੇਂ ਦਾ ਵੱਢੋਗੇ, ਕਿਉਂਕਿ ਨੇਚਰ ਦਾ ਲਾਅ ਹੈ। ਜਿਹੜੀ ਮਾਨਸਿਕਤਾ ਸਿਹਤ ਹੈ ਨਾ, ਉਹਦੇ ਵਿੱਚ ਇੱਕ ਪਿਓਰਿਟੀ, ਇੱਕ ਓਨੈਸਟੀ, ਇਹ ਬਹੁਤ ਵੱਡੀਆਂ ਚੀਜ਼ਾਂ ਹੁੰਦੀਆਂ ਨੇ। ਜਦੋਂ ਅਸੀਂ ਇਹਨਾਂ ਤੋਂ ਆਪਣੇ ਆਪ ਨੂੰ ਲਾਂਭੇ ਕਰ ਲੈਂਦੇ ਆ ਨਾ, ਤਾਂ ਫਿਰ ਨਾ ਤਾਂ ਸਾਨੂੰ ਸਾਡੇ ਡਿਸੀਜ਼ਨਜ਼, ਸਾਡੇ ਕੀਤੇ ਹੋਏ ਕੰਮ ਜਾਂ ਕਰਮਾਇਆ ਹੋਇਆ ਕਰਮ, ਇਹ ਸਾਨੂੰ ਕਿਤੇ ਨਾ ਕਿਤੇ ਸੰਤੁਸ਼ਟੀ ਨਹੀਂ ਦਿੰਦਾ, ਯਾਨੀ ਸਾਨੂੰ ਇਹ ਬੇਚੈਨ ਕਰਦਾ ਹੈ। ਤੇ ਇਹ ਚੀਜ਼ਾਂ ਦੇ ਸਾਨੂੰ ਸ਼ਾਇਦ ਪ੍ਰੋਫਿਟ ਤਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੋ ਜਾਂਦੇ ਹੋਣਗੇ, ਪਰ ਇਹ ਚੀਜ਼ਾਂ ਸਾਨੂੰ ਦਿਮਾਗੀ ਤੌਰ ਤੇ ਬੇਚੈਨ ਕਰ ਦਿੰਦੀਆਂ ਨੇ। ਫੋਰ ਐਗਜ਼ਾਮਪਲ ਕਿਸੇ ਨੂੰ ਧੋਖਾ ਦੇ ਕੇ ਆਪਣਾ ਫਾਇਦਾ ਕਰ ਲੈਣਾ, ਉਹਨੂੰ ਨੁਕਸਾਨ ਕਰ ਲੈਣਾ। ਇਹਦੇ ਵਿੱਚ ਇੱਕ ਪਿਓਰਿਟੀ ਬੜੀ ਵੱਡੀ ਚੀਜ਼ ਹੈ, ਵੀ ਜਿਹੜੀ ਇੱਕ ਮਾਨਸਿਕ ਕੰਡੀਸ਼ਨ ਨੂੰ, ਤੁਹਾਡੀ ਨੂੰ ਇੱਕ ਕੰਫਰਟੇਬਲ ਰੱਖਦੀ ਹੈ, ਇੱਕ ਸਾਫ਼ ਰੱਖਦੀ ਹੈ, ਤੇ ਤੁਹਾਨੂੰ ਉੱਥੋਂ ਸਟਰੋਂਗ ਰੱਖਦੀ ਹੈ। ਜਦੋਂ ਤੁਹਾਨੂੰ ਆਪਣੇ ਵੀਕਨੈਸ, ਆਪਣੇ ਪੁਆਇੰਟ ਤੁਸੀਂ ਆਪਣੇ ਅੰਦਰੋਂ ਅੰਦਰ ਹੀ ਐਨਾਲਾਈਜ਼ ਕਰਨੇ ਸ਼ੁਰੂ ਕਰ ਦਿੰਦੇ ਹੋ, ਜਾਂ ਤੁਹਾਨੂੰ ਇਹ ਲੱਗਣ ਲੱਗ ਜਾਏ ਵੀ ਮੈਂ ਗਲਤ ਕੀਤਾ, ਤਾਂ ਤੁਸੀਂ ਸ਼ਾਇਦ ਉਸ ਮਾਈਂਡ ਦੇ ਵਿੱਚ ਚਲੇ ਜਾਂਦੇ ਹੋ ਵੀ ਤੁਸੀਂ ਆਪਣੇ ਆਪ ਨੂੰ ਕੋਸਣਾ ਜਾਂ ਸ਼ੁਰੂ ਕਰ ਦਿੰਦੇ ਹੋ। ਤਾਂ ਇਹ ਇੱਕ ਬਹੁਤ ਵੱਡਾ ਜਿਹੜਾ ਰੀਜ਼ਨ ਹੈ ਵੀ ਅੱਜ ਦੇ ਲੋਕਾਂ ਦੇ ਵਿੱਚ ਜਿਹੜਾ ਵੀ ਇਹ ਇੱਕ ਮਾਨਸਿਕ ਸਿਹਤ ਦਾ ਵਿਗੜਨਾ ਜਿਹੜਾ ਉਹ ਦਿਖਾਇਆ ਜਾਂਦਾ ਹੈ। ਤੇ ਦੂਜਾ ਸਭ ਤੋਂ ਵੱਡੀ ਮੈਂ ਜਿਹੜਾ ਰੀਜ਼ਨ ਸਮਝਦਾ ਵੀ ਮਾਨਸਿਕ ਸਿਹਤ ਵਿਗੜਦੀ ਕਿਵੇਂ ਆ ਤੇ ਕਦੋਂ ਵਿਗੜਦੀ ਹੈ। ਇੱਕ ਤਾਂ ਆਪਾਂ ਨੇ ਇਹ ਪ੍ਰੋਫੈਸ਼ਨਲ ਜਿਹੜਾ ਇਹਦਾ ਪਾਰਟ ਸੀਗਾ, ਉਹ ਮੈਂ ਤੁਹਾਡੇ ਸਾਹਮਣੇ ਡਿਸਕਸ ਕੀਤਾ ਵੀ ਜਦੋਂ ਆਪਾਂ ਕੋਈ ਕੰਮ ਕਰਨਾ ਹੁੰਦਾ ਜਾਂ ਸਿਸਟਮ। ਦੂਜਾ ਕਾਰਨ ਇਹ ਹੁੰਦਾ ਜਦੋਂ ਆਪਣੇ ਰਿਲੇਸ਼ਨਸ ਸਿਸਟਮੈਟਿਕਲੀ ਨਹੀਂ ਚੱਲਦੇ ਹੁੰਦੇ। ਤਾਂ ਅੱਜ ਦੇ ਸਮੇਂ ਦੇ ਵਿੱਚ ਇੱਕ ਸਮਾਜ ਦੇ ਵਿੱਚ ਇਹ ਚੀਜ਼ ਹੁੰਦੀ ਹੈ ਵੀ ਆਪਾਂ ਜ਼ਿਆਦਾ ਪ੍ਰੈਕਟੀਕਲ ਹੋ ਗਏ ਆ, ਆਪਾਂ ਓਵਰ ਪ੍ਰੈਕਟੀਕਲ ਹੋ ਗਏ ਆ। ਸਾਡੇ ਅੰਦਰ ਸ਼ਾਇਦ ਤਰਸ ਨਾਮ ਦੀ ਚੀਜ਼, ਸਾਡੇ ਅੰਦਰ ਜਾਣੀ ਕਿ ਕਿਸੇ ਲਈ ਕੁਛ ਕਰਨ ਦੀ, ਕਿਸੇ ਮਦਦ ਕਰਨ ਦੀ, ਜਾਣੀ ਕਿ ਉਹ ਅੰਦਰਲੀ ਚਿਣਗ, ਜਾਂ ਸਾਡੇ ਅੰਦਰ ਕਿਸੇ ਦੀ ਭਾਵਨਾਵਾਂ ਦੀ ਕਦਰ ਕਰਨਾ ਵੀ ਅੰਦਰ ਹਜੇ ਜਿਹੜਾ ਬਹੁਤ ਘਟ ਗਿਆ। ਤਾਂ ਇਹ ਸਮਾਜ ਦੇ ਵਿੱਚ ਜਦੋਂ ਇੱਕ ਘਰੇਲੂ ਇੱਕ ਇੰਟਰਨਲ ਪ੍ਰੋਸੈਸ ਦੀ ਲਾ ਦਿੰਦੇ ਆ ਤੇ ਗੱਲਬਾਤ ਆਪਾਂ, ਤਾਂ ਉੱਥੇ ਇਹ ਚੀਜ਼ ਬੜੀ ਡਿਪਰੈਸ਼ਨ ਦੀ ਕਾਰਨ ਬਣਦੀ ਹੈ, ਜਾਂ ਤਲਾਕ ਦੀ ਕਾਰਨ ਵੀ ਬਣਦੀ ਹੈ, ਜਾਂ ਜੋ ਨਵੇਂ ਵਿਆਹੇ ਜੋੜੇ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਇਹ ਇੱਕ ਚੀਜ਼ ਹੈ ਜਿਹੜੀ ਉਹ ਆਮ ਦੇਖਣ ਨੂੰ ਮਿਲਦੀ ਹੈ। ਤਾਂ ਦੋਸਤੋ ਇਹਦਾ ਇੱਕ ਸਭ ਤੋਂ ਵੱਡਾ ਜਾਣੀ ਕਿ ਹੀਲਿੰਗ ਪ੍ਰੋਸੈਸ ਇਹੀ ਹੈ ਵੀ ਆਪਾਂ ਇੱਕ-ਦੂਏ ਦੀ ਭਾਵਨਾਵਾਂ ਦੀ ਕਦਰ ਕਰੀਏ, ਇੱਕ-ਦੂਏ ਦੀ ਖੁਸ਼ੀ ਦੀ ਕਦਰ ਕਰੀਏ। ਹਾਂ, ਹਰੇਕ ਬੰਦੇ ਨੂੰ ਹਰੇਕ ਦੀ ਇੱਛਾ ਦੇ ਨਾਲ ਜੀਵਨ ਬਤੀਤ ਕਰਨ ਜਾਂ ਉਹਨਾਂ ਨੂੰ ਡਿਸੀਜ਼ਨ ਲੈਣ ਲਈ ਸਪੋਰਟ ਕਰੀਏ, ਨਾ ਕਿ ਆਪਣੇ ਰਿਸ਼ਤਿਆਂ ਦਾ, ਚਾਹੇ ਉਹ ਕਿਸੇ ਲੇਡੀ ਦਾ ਹਸਬੈਂਡ ਹੈ। ਜਾਣੀ ਕਿ ਚਲੋ ਆਪਾਂ ਆਪਣੇ ਕਲਚਰ ਦੀ ਗੱਲ ਕਰਦੇ ਹਾਂ, ਵੈਸਟਰਨ ਕਲਚਰ ਦੇ ਵਿੱਚ ਤਾਂ ਮੋਸਟਲੀ ਜ਼ਿਆਦਾਤਰ ਪ੍ਰੋਫੈਸ਼ਨਲ ਸਿਸਟਮ ਦੇ ਕਰਕੇ ਹੀ ਲੋਕ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਜਾਂਦੇ ਨੇ, ਜਾਂ ਉਹਨਾਂ ਦੇ ਨਾਲ ਕਿਸੇ ਤਰੀਕੇ ਕੋਈ ਬਿਹੇਵ ਏਦਾਂ ਦਾ ਨਹੀਂ ਹੋਇਆ ਹੁੰਦਾ, ਜਾਂ ਘਟਨਾਵਾਂ ਏਦਾਂ ਦੀਆਂ ਵਾਪਰਦੀਆਂ ਨੇ, ਉਹ ਚੀਜ਼ਾਂ ਉਹਨਾਂ ਤੇ ਇਫੈਕਟ ਕਰਦੀਆਂ ਨੇ। ਪਰ ਜਿਹੜੇ ਅਸੀਂ ਆ ਪੰਜਾਬੀ ਆ ਜਾਂ ਇੰਡੀਅਨ ਆ, ਸਾਡੇ ਵਿੱਚ ਇਹ ਜ਼ਿਆਦਾਤਰ ਹੈ ਵੀ ਅਸੀਂ ਰਿਸ਼ਤਿਆਂ ਦਾ ਇੱਕ ਬਹੁਤ ਵੱਡਾ ਵਜ਼ਨ ਇੱਕ-ਦੂਏ ਦੇ ਉੱਪਰ ਸਿੱਟ ਕੇ ਰੱਖਦੇ ਆ। ਫੋਰ ਐਗਜ਼ਾਮਪਲ ਪੇਰੈਂਟਸ ਨੇ ਜਦੋਂ ਬੱਚੇ ਛੋਟੇ ਹੁੰਦੇ ਨੇ, ਉਹਨਾਂ ਨੂੰ ਸਟੱਡੀ ਵੱਲ ਨੂੰ ਪੁਸ਼ ਕਰਨਾ ਤੇ ਉਹਨਾਂ ਨੂੰ ਦੂਜੇ ਨਾਲ ਕੰਪੈਰੀਜ਼ਨ ਕਰਕੇ ਉਹਨਾਂ ਦੇ ਉੱਪਰ ਪ੍ਰੈਸ਼ਰ ਪਾਉਣਾ, ਕਿਉਂਕਿ ਉਹਨਾਂ ਦੀ ਉਹ ਚੀਜ਼ ਸੈਲਫ ਰਿਸਪੈਕਟ ਨਾਲ ਜੋੜ ਲੈਂਦੇ ਨੇ। ਉਸ ਤੋਂ ਬਾਅਦ ਹਸਬੈਂਡ ਦਾ ਆਪਣੀ ਪਤਨੀ ਦੇ ਉੱਪਰ, ਜਾਂ ਭਰਾ ਦਾ ਆਪਣੀ ਭੈਣ ਦੇ ਉੱਪਰ, ਠੀਕ ਹੈ? ਇਹ ਚੀਜ਼ਾਂ ਜਦੋਂ ਆਪਾਂ ਇਹਨਾਂ ਚੀਜ਼ਾਂ ਨੂੰ ਇੱਕ ਕੰਫਰਟੇਬਲ ਮਾਹੌਲ ਨਹੀਂ ਦੇ ਪਾਉਂਦੇ, ਤਾਂ ਇੱਕ ਘੁਟਨ ਸ਼ੁਰੂ ਹੁੰਦੀ ਹੈ ਰਿਸ਼ਤਿਆਂ ਦੇ ਵਿੱਚ, ਜਿਹੜੀ ਸਮੇਂ ਦੇ ਅਨੁਸਾਰ ਜੇ ਉਹ ਜ਼ਿੰਦਗੀ ਦੇ ਵਿੱਚ ਉਸਨੂੰ ਸਹੀ ਤਰੀਕੇ ਨਾਲ ਪ੍ਰੋਸੈਸ ਕੀਤਾ ਜਾਵੇ, ਤਾਂ ਉਹ ਮਾਨਸਿਕ ਸਿਹਤ ਵੱਲ ਵੱਧਦੀ ਹੈ। ਕਿਉਂਕਿ ਆਪਣੀਆਂ ਜਿਹੜੀਆਂ ਭਾਵਨਾਵਾਂ, ਆਪਣਾ ਮਨ ਹੈ, ਆਪਣੇ ਵਿਚਾਰ ਨੇ, ਜਾਂ ਆਪਣੇ ਡਿਸੀਜ਼ਨ ਹੁੰਦੇ ਨੇ, ਇਹ ਆਪਣੀ ਮਾਨਸਿਕਤਾ ਨਾਲ ਹੀ ਸੰਬੰਧਿਤ ਹੁੰਦੇ ਨੇ। ਤੇ ਇਹਨਾਂ ਦੇ ਵਿੱਚ ਬਹੁਤ ਵੱਡਾ ਜਾਣੀ ਕਿ ਇੰਬੈਲੈਂਸ ਉੱਥੇ ਦੇਖਣ ਨੂੰ ਮਿਲਦਾ ਹੈ। ਇਸ ਕਰਕੇ ਸਭ ਤੋਂ ਵੱਡੀ ਗੱਲ ਜੇ ਆਪਾਂ ਇਹਦੇ ਵਿੱਚ ਕਰਨੀ ਚਾਹੀਏ, ਤਾਂ ਆਪਣੇ ਪਰਿਵਾਰ, ਆਪਣੇ ਆਲੇ-ਦੁਆਲੇ, ਆਪਣੇ ਸਮਾਜ ਦੇ ਵਿੱਚ ਆਪਾਂ ਇਸ ਤਰੀਕੇ ਵਿਚਰੀਏ, ਜਿਵੇਂ ਮੈਂ ਪਹਿਲਾਂ ਹੀ ਓਨੈਸਟੀ ਤੇ ਪਿਓਰਿਟੀ ਦੀ ਗੱਲ ਕਰੀ ਸੀ, ਤਾਂ ਆਪਾਂ ਇੱਕ-ਦੂਏ ਦੀ ਭਾਵਨਾਵਾਂ ਦੀ ਕਦਰ ਕਰਨਾ, ਇੱਕ-ਦੂਏ ਨੂੰ ਅਨਕੰਡੀਸ਼ਨਲ ਰਿਸਪੈਕਟ ਦੇਣਾ। ਹਾਂ, ਤੁਸੀਂ ਇੱਕ ਸਿਸਟਮ ਦੇ ਵਿੱਚ ਜਦੋਂ ਵੀ ਹੁੰਦੇ ਹੋ, ਤਾਂ ਤੁਹਾਡੀ ਇੱਕ ਡੀਲ ਫੇਅਰ ਹੋਣੀ ਚਾਹੀਦੀ ਹੈ, ਜਾਂ ਇੱਕ ਸਿਸਟਮ ਦੇ ਵਿੱਚ ਬੜਾ ਫੇਅਰ ਹੋਣਾ ਚਾਹੀਦਾ, ਤੇ ਉਦੋਂ ਅਸੀਂ ਇਸ ਚੀਜ਼ ਨੂੰ ਬਿਹਤਰੀ ਦੇ ਨਾਲ ਸੋਲਵ ਕਰ ਸਕਦੇ ਹਾਂ, ਬਿਹਤਰੀ ਦੇ ਨਾਲ ਇਸ ਚੀਜ਼ ਨੂੰ ਮੈਨੇਜ ਕਰ ਸਕਦੇ ਹਾਂ। ਜਾਣੀ ਕਿ ਜ਼ਿਆਦਾਤਰ ਤਾਂ ਉਹੀ ਬੰਦੇ ਜਾਣੀ ਕਿ ਮੈਂਟਲੀ ਕੰਡੀਸ਼ਨ ਦੇ ਵਿੱਚ ਜਾਂਦੇ ਨੇ, ਜਿਹੜੇ ਜ਼ਿਆਦਾਤਰ ਸੈਲਫ ਕੌਨਫੀਡੈਂਸ ਲੂਜ਼ ਕਰ ਦਿੰਦੇ ਨੇ। ਸਭ ਤੋਂ ਬੜੀ ਗੱਲ, ਉਹ ਸਿਚੁਏਸ਼ਨ ਨੂੰ ਐਕਸੈਪਟ ਨਹੀਂ ਕਰ ਪਾਉਂਦੇ, ਵੀ ਚਾਹੇ ਲਾਸ ਹੈ, ਲਾਸ ਨੂੰ ਐਕਸੈਪਟ ਨਹੀਂ ਕਰ ਪਾਉਂਦੇ। ਚਾਹੇ ਕੋਈ
ਨਾ ਪੂਰਾ ਹੋਣ ਵਾਲਾ ਲੋਸ ਹੋ ਗਿਆ, ਜਿਵੇਂ ਮੈਂ ਪਹਿਲਾਂ ਗੱਲ ਕਰੀ ਸੀ ਵੀ ਕਿਸੇ ਦੀ ਡੈਥ ਹੋ ਜਾਂਦੀ ਹੈ ਜਾਂ ਕੋਈ ਉਹਨਾਂ ਤੋਂ ਐਕਸੀਡੈਂਟ ਹੋ ਜਾਂਦਾ ਜਾਂ ਕੋਈ ਏਦਾਂ ਦਾ ਓਪਰਚੁਨਿਟੀ ਮਿਸ ਹੋ ਜਾਂਦੀ ਹੈ, ਤਾਂ ਉਹਨਾਂ ਨੂੰ ਇਹ ਲੱਗਦਾ ਹੁੰਦਾ ਵੀ ਬਸ ਇੱਥੇ ਜ਼ਿੰਦਗੀ ਖਤਮ ਹੋ ਗਈ। ਪਰ ਇਹ ਓਪਰਚੁਨਿਟੀਆਂ, ਇਹ ਇੰਸੀਡੈਂਟ, ਇਹ ਖੁਸ਼ੀਆਂ, ਇਹ ਗਮੀਆਂ, ਇਹ ਜ਼ਿੰਦਗੀ ਦੇ ਹਿੱਸੇ ਨੇ, ਜ਼ਿੰਦਗੀ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਨੇ। ਤੁਸੀਂ ਜਿਉਂਦੇ ਜਾਗਦੇ ਹੋ, ਸਿਹਤਮੰਦ ਹੋ, ਤੰਦਰੁਸਤ ਹੋ, ਤਾਂ ਐਵਰੀਥਿੰਗ ਇਜ਼ ਪੋਸੀਬਲ। ਤੁਸੀਂ ਸਾਰਾ ਕੁਛ ਦੁਬਾਰਾ ਸੰਜੋ ਸਕਦੇ ਹੋ, ਦੁਬਾਰਾ ਕਰ ਸਕਦੇ ਹੋ। ਇਸ ਕਰਕੇ ਇਹ ਜਿਹੜੀ ਨੈਗੇਟਿਵਿਟੀ ਹੈ, ਇਹ ਸਾਡੀ ਮਾਨਸਿਕ ਜਿਹੜੀ ਕਿ ਜਾਣੀ ਕਿ ਇੱਕ ਕਮਜ਼ੋਰੀ ਬਣ ਚੁੱਕਿਆ, ਵੀ ਸਾਡੇ ਅੰਦਰ ਡਿਸੀਜ਼ਨ ਮੇਕਿੰਗ ਦੇ ਉੱਪਰ ਜਾਂ ਸਟੈਂਡ ਲੈਣ ਦੇ ਉੱਪਰ ਅਸੀਂ ਆਪਣੇ ਆਪ ਨੂੰ ਪਰਿਪੱਕ ਨਹੀਂ ਕਰ ਪਾ ਰਹੇ। ਤਾਂ ਇਹਦੇ ਵਿੱਚ ਕੀ ਹੈ, ਜਿਹੜੀ ਨਿਊ ਜਨਰੇਸ਼ਨ ਆ, ਉਹਨਾਂ ਨੂੰ ਤਾਂ ਸ਼ਾਇਦ ਅਸੀਂ ਏਦਾਂ ਤਿਆਰ ਹੀ ਨਹੀਂ ਕਰ ਪਾਏ। ਉਹਨਾਂ ਨੂੰ ਤਾਂ ਅਸੀਂ ਏਦਾਂ ਬਿਲਡ ਹੀ ਨਹੀਂ ਕਰ ਪਾਏ ਵੀ ਉਹ ਹਰ ਸਿਚੁਏਸ਼ਨ ਨੂੰ, ਹਰ ਕੰਡੀਸ਼ਨ ਨੂੰ ਫੇਸ ਕਰ ਸਕਣ। ਸੁਸਾਈਡ ਦੀਆਂ ਘਟਨਾਵਾਂ ਤੁਸੀਂ ਕਿੰਨੀਆਂ ਦੇਖਦੇ ਹੋ? ਕਿੰਨੀਆਂ ਆਪਾਂ ਸੁਣਦੇ ਹਾਂ, ਜਾਂ ਪਿੱਛੇ ਜੇ ਇੱਕ ਬਹੁਤ ਵੱਡੀ ਸਮੱਸਿਆ ਜਿਹੜੀ ਆਮ ਦੇਖਣ ਨੂੰ ਮਿਲਦੀ ਹੈ, ਪੋਸਟ ਡਿਲੀਵਰੀ ਡਿਪਰੈਸ਼ਨ, ਇਹਦੀਆਂ ਵੀ ਤੁਸੀਂ ਘਟਨਾਵਾਂ ਸੁਣੀਆਂ ਹੋਣਗੀਆਂ। ਤੇ ਆਪਣੇ ਕੈਨੇਡਾ ਦੇ ਵਿੱਚ ਕਿੰਨੀਆਂ ਹੀ ਕੁੜੀਆਂ ਨੇ ਜਿਹੜੀਆਂ ਬਈ ਡੋਮੈਸਟਿਕ ਵਾਇਲੈਂਸ ਕਰਕੇ ਜਾਂ ਉਸ ਸਿਸਟਮ ਕਰਕੇ ਵੀ ਉਹਨਾਂ ਨੇ ਖੁਦਕੁਸ਼ੀਆਂ ਕੀਤੀਆਂ। ਜਾਂ ਇੱਕ ਕਿਸਾਨ ਹੈ, ਕਿਸਾਨ ਦੀ ਆਪਾਂ ਅਕਸਰ ਸੁਣਦੇ ਹਾਂ ਵੀ ਕਿਸਾਨ ਨੇ ਕਰਜ਼ੇ ਦੀ ਮਾਰ ਥੱਲੇ ਆ ਕੇ ਖੁਦਕੁਸ਼ੀ ਕਰ ਲਈ ਆ। ਜਦ ਕਿ ਉਹ ਆਪਣੀ ਜ਼ਮੀਨ ਵੇਚਣ ਤੋਂ, ਮੈਂ ਇਹ ਨਹੀਂ ਕਹਿੰਦਾ, ਠੀਕ ਆ ਉਹ ਵੀ ਥੋਟ ਹੈ ਇੱਕ, ਪਰ ਜਿਉਂਦੀ ਜ਼ਿੰਦਗੀ ਦੇ ਵਿੱਚ ਬੰਦਾ ਬਹੁਤ ਕੁਛ ਬਣਾ ਸਕਦਾ, ਬਹੁਤ ਕੁਛ ਖੱਟ ਸਕਦਾ। ਪਰ ਇੱਕ ਜਦੋਂ ਅਸੀਂ ਇੱਕ ਸਿਚੁਏਸ਼ਨ ਨੂੰ ਆਪਣੀ ਇੱਜ਼ਤ ਮਾਣ ਦੇ ਨਾਲ ਜੋੜ ਦਿੰਦੇ ਹਾਂ, ਤਾਂ ਉਦੋਂ ਫਿਰ ਅਸੀਂ ਟੁੱਟ ਜਾਂਦੇ ਹਾਂ, ਜਾਣੀ ਕਿ ਆਪਣਾ ਮੈਂਟਲੀ ਕੰਟਰੋਲ ਲੂਜ਼ ਕਰ ਜਾਂਦੇ ਹਾਂ। ਤੇ ਉਦੋਂ ਫਿਰ ਏਦਾਂ ਦੇ ਡਿਸੀਜ਼ਨ ਇੰਨੇ ਕੁ ਜ਼ਿਆਦਾ ਪ੍ਰਬਲ ਹੋ ਕੇ, ਸਟਰੋਂਗ ਹੋ ਕੇ ਤੁਹਾਡੇ ਤੇ ਇਫੈਕਟ ਕਰਦੇ ਨੇ, ਵੀ ਇੱਕ ਆਮ ਇਨਸਾਨ ਸੁਸਾਈਡ ਕਮਿਟ ਕਰਨ ਦੇ ਵਿੱਚ ਵੀ ਕੋਈ ਗੁਰੇਜ਼ ਨਹੀਂ ਕਰਦਾ। ਤਾਂ ਉਹ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲੈਂਦਾ ਹੈ। ਤਾਂ ਦੋਸਤੋ, ਜਾਣੀ ਕਿ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਮੈਂ ਸ਼ੇਅਰ ਤਾਂ ਕਰ ਰਿਹਾ ਕਿਉਂਕਿ ਇਹ ਇੱਕ ਇੰਪੋਰਟੈਂਟ ਵਿਸ਼ਾ ਹੈ ਅੱਜ ਦੇ ਸਮੇਂ ਦੇ ਵਿੱਚ। ਇਹ ਕਿਉਂ ਹੈ? ਸਭ ਤੋਂ ਪਹਿਲਾਂ ਤਾਂ ਆਪਾਂ ਪੰਜਾਬੀ ਲੋਕ ਹਾਂ, ਆਪਾਂ ਸਭ ਤੋਂ ਬੜੀ ਗੱਲ ਕਰੀਏ, ਅਸੀਂ ਆਪਣੇ ਆਪ ਨੂੰ ਭਾਣੇ 'ਚ ਰਹਿਣਾ, ਭਾਣੇ ਨੂੰ ਮੰਨਣਾ ਤੇ ਹਰ ਹਾਲ ਰਾਜ਼ੀ ਰਹਿਣ ਵਾਲਾ ਵਿਚਾਰ ਹੈ ਜਿਹੜਾ, ਉਹ ਆਪਣੇ ਬੱਚਿਆਂ ਨੂੰ ਵੀ ਦਈਏ ਤੇ ਆਪਣੇ ਮਾਇੰਡ ਦੇ ਵਿੱਚ ਵੀ ਸਟਰੋਂਗ ਕਰੀਏ। ਹਾਂ, ਤੁਸੀਂ ਕੁਛ ਬਣਨਾ ਚਾਹੁੰਦੇ ਹੋ, ਤੁਸੀਂ ਕੁਛ ਹਾਸਲ ਕਰਨਾ ਚਾਹੁੰਦੇ ਹੋ। ਇਹ ਇਸ ਦੁਨੀਆ ਦੇ ਵਿੱਚ, ਇਸ ਸਮਾਜ ਦੇ ਵਿੱਚ, ਇਸ ਹਰ ਜਗ੍ਹਾ ਤੇ ਅਵੇਲੇਬਲ ਹੈ। ਜਿਹੜਾ ਬੰਦਾ ਕੁਛ ਵੀ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਹਨੂੰ ਉਹ ਹਾਸਲ ਕਰਨ ਦੇ ਆਪਣੇ ਆਪ ਨੂੰ ਕਾਬਿਲ ਬਣਾਉਣਾ ਚਾਹੀਦਾ ਹੈ। ਬਸ ਦੈਟਸ ਅ ਥਿੰਗ। ਜੇ ਆਪਾਂ ਐਂ ਝੁਰੀ ਜਾਈਏ ਵੀ ਨਹੀਂ ਮੇਰੇ ਤੋਂ ਨਹੀਂ ਹੋਣਾ, ਮੈਂ ਨਹੀਂ ਕਰ ਸਕਦਾ ਜਾਂ ਮੈਂ ਨਹੀਂ ਗਿਆ, ਠੀਕ ਹੈ? ਤਾਂ ਇਹ ਚੀਜ਼ਾਂ ਸਾਨੂੰ ਮੈਂਟਲੀ ਤੌਰ ਤੇ ਕਮਜ਼ੋਰ ਕਰਦੀਆਂ ਨੇ, ਜਾਣੀ ਕਿ ਸਾਡਾ ਸੈਲਫ ਕੌਨਫੀਡੈਂਸ ਮਾਰਦੀਆਂ ਨੇ, ਈਵਨ ਕਿ ਬੱਚਿਆਂ ਦਾ ਵੀ। ਵੀ ਇਸ ਕਰਕੇ ਜਿਹੜਾ ਮੈਂ ਤੁਹਾਨੂੰ ਪਹਿਲਾਂ ਗੱਲ ਦੱਸੀ ਹੈ, ਇਹ ਹੁਣ ਨਾਲ ਦੀ ਚਰਚਾ ਦੇ ਵਿੱਚ ਇਹੀ ਕਹਿਣਾ ਚਾਹੁੰਦਾ ਮੈਂ, ਵੀ ਇਹਦਾ ਇੱਕ ਮਾਨਸਿਕ ਸਿਹਤ ਦਾ ਜਿਹੜਾ ਸਭ ਤੋਂ ਵੱਡਾ ਉਹ ਹੈ, ਵੀ ਇਹਦੀ ਇੱਕ ਮਾਨਸਿਕ ਖੁਰਾਕ, ਆਪਣੇ ਵਿਚਾਰਾਂ ਦੀ ਚੋਣ ਤੇ ਹਰ ਹਾਲ ਰਾਜ਼ੀ ਰਹਿ ਕੇ ਭਾਣੇ ਦੇ ਵਿੱਚ ਮੰਨਣਾ, ਭਾਣੇ ਦੇ ਵਿੱਚ ਰਹਿਣਾ। ਤੇ ਇਹ ਇੱਕ ਆਪਣਾ ਇੱਕ ਇਹਦਾ ਇੱਕ ਬਹੁਤ ਵੱਡਾ ਕਿਉਰ ਹੈ, ਵੀ ਜਦੋਂ ਅਸੀਂ ਹਰ ਸਿਚੁਏਸ਼ਨ ਨੂੰ, ਹਰ ਹਾਲ ਰਾਜ਼ੀ ਰਹਿਣਾ ਸਿੱਖ ਜਾਾਂਗੇ, ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਮਾਨਸਿਕ ਪਰੇਸ਼ਾਨੀ ਇਸ ਹੱਦ ਤੱਕ ਸਾਡੇ ਉੱਤੇ ਅਸਰ ਕਰ ਪਾਊਗੀ ਵੀ ਅਸੀਂ ਆਪਣੇ ਆਪ ਨੂੰ ਨੁਕਸਾਨ ਪਹੁੰਚਾਈਏ ਜਾਂ ਆਪਣੇ ਆਪ ਦਾ ਨੁਕਸਾਨ ਕਰੀਏ। ਠੀਕ ਹੈ? ਤਾਂ ਇਸ ਤਰੀਕੇ ਆਪਾਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਪਲੀਜ਼ ਆਪਾਂ ਗੌਰ ਕਰੀਏ। ਅੱਜ ਦਾ ਮੇਰਾ ਟਾਕ ਕਰਨ ਦਾ ਮਕਸਦ ਤੇ ਮੁੱਦਾ ਇਹੀ ਸੀਗਾ ਵੀ ਇਹ ਇੱਕ ਵੱਡਾ ਬਿਗ ਇਸ਼ੂ ਬਣਦਾ ਜਾ ਰਿਹਾ ਹੈ ਸਾਡੀ ਸੋਸ਼ਲ ਲਾਈਫ ਦੇ ਵਿੱਚ, ਕਿਉਂਕਿ ਕਮਜ਼ੋਰ ਮਾਨਸਿਕਤਾ ਕਦੇ ਵੀ ਲੰਬੀ ਜ਼ਿੰਦਗੀ ਨਹੀਂ ਦੇ ਸਕਦੀ। ਕਮਜ਼ੋਰ ਮਾਨਸਿਕਤਾ ਕਦੇ ਵੀ ਤੁਹਾਨੂੰ ਇੱਕ ਖੁਸ਼ੀਆਂ ਭਰਪੂਰ ਜ਼ਿੰਦਗੀ ਨਹੀਂ ਦੇ ਸਕਦੀ। ਇਸ ਕਰਕੇ ਸਾਨੂੰ ਸਭ ਤੋਂ ਪਹਿਲਾਂ ਸਰੀਰ ਤੋਂ ਵੀ ਪ੍ਰਿਓਰ, ਸਾਨੂੰ ਪਹਿਲਾਂ ਮਾਨਸਿਕਤਾ ਦੀ ਕੇਅਰ ਕਰਨੀ ਚਾਹੀਦੀ ਹੈ, ਮਾਨਸਿਕ ਸਿਹਤ ਦੀ ਕੇਅਰ ਕਰਨੀ ਚਾਹੀਦੀ ਹੈ। ਫੋਰ ਐਗਜ਼ਾਮਪਲ, ਜੇ ਮੈਂ ਕਹਾਂ ਤੁਹਾਨੂੰ ਵੀ ਅੱਜ ਸਾਨੂੰ ਬੱਚਿਆਂ ਦਾ ਸਰੀਰ ਪਾਲਣ ਤੋਂ ਪਹਿਲਾਂ ਬੱਚਿਆਂ ਦਾ ਦਿਮਾਗ ਪਾਲਣਾ, ਬੱਚਿਆਂ ਦੀ ਸੋਚ ਪਾਲਣੀ ਤੇ ਬੱਚਿਆਂ ਦੇ ਵਿਚਾਰ ਪਾਲਣ ਦੇ ਵਿੱਚ ਜ਼ਿਆਦਾ ਮਦਦ ਕਰਨੀ ਚਾਹੀਦੀ ਹੈ ਤੇ ਧਿਆਨ ਦੇਣਾ ਚਾਹੀਦਾ ਹੈ, ਤਾਂ ਕਿ ਉਹ ਆਉਣ ਵਾਲੀ ਜ਼ਿੰਦਗੀ ਦੇ ਵਿੱਚ, ਕਿਉਂਕਿ ਬੱਚੇ ਜਿੰਨਾ ਟਾਈਮ ਤੁਹਾਡੇ ਤੇ ਡਿਪੈਂਡੈਂਟ ਰਹਿੰਦੇ ਨੇ, ਉਨਾ ਟਾਈਮ ਤਾਂ ਠੀਕ ਹੈ, ਚੱਲੀ ਜਾਂਦਾ। ਪਰ ਜਦੋਂ ਤੁਸੀਂ ਉਹਨਾਂ ਨੂੰ ਪੂਰੀ ਤੌਰ ਤੇ ਤਿਆਰ ਕਰਕੇ, ਉਹਨਾਂ ਦੀ ਪ੍ਰੋਫੈਸ਼ਨਲ ਲਾਈਫ ਯੰਗਸਟਰ ਬਣਾ ਕੇ, ਉਹਨਾਂ ਨੂੰ ਵੀ ਆਪਣੀ ਲਾਈਫ ਦੇ ਜੋ ਹਰਡਲਸ ਨੇ, ਜੋ ਲਾਈਫ ਦਾ ਹਾਰਡ ਵਰਕ ਹੈ, ਜਦੋਂ ਉਹਨਾਂ ਨੂੰ ਟੈਕਲ ਕਰਨ ਦੇ ਲਈ ਅੰਦਰ ਸਮਾਜ ਦੇ ਵਿੱਚ ਜਾਂ ਸੁਸਾਇਟੀ ਦੇ ਵਿੱਚ ਭੇਜਦੇ ਹੋ, ਤੇ ਫਿਰ ਉੱਥੇ ਜਾ ਕੇ ਜਦੋਂ ਤੁਸੀਂ ਉਹਨਾਂ ਨੂੰ ਇੱਕ ਸਟਰੋਂਗ ਮੈਂਟੈਲਿਟੀ ਨਹੀਂ ਦੇ ਪਾਏ, ਤਾਂ ਉਹ ਉੱਥੇ ਡੋਲ ਜਾਂਦੇ ਨੇ।
ਤਾਂ ਉੱਥੇ ਉਹ ਕਮਜ਼ੋਰ ਪੈ ਜਾਂਦੇ ਨੇ, ਤਾਂ ਉੱਥੇ ਉਹ ਹਰ ਤਰੀਕੇ ਦਾ ਡਿਸੀਜ਼ਨ ਵੀ ਲੈਂਦੇ ਨੇ। ਤਾਂ ਹੁਣ ਵੀ ਜਦੋਂ ਇਸ ਤਰੀਕੇ ਦਾ ਪ੍ਰੈਸ਼ਰ ਆਉਂਦਾ ਤਾਂ ਬਹੁਤ ਤਰੀਕੇ ਦੀਆਂ ਸਰੀਰਕ ਬਿਮਾਰੀਆਂ ਵੀ ਬੰਦੇ ਨੂੰ ਅੱਗੇ ਤੋਂ ਅੱਗੇ ਲੱਗਦੀਆਂ ਨੇ। ਤਾਂ ਜਿਹੜਾ ਆਪਣੇ ਸਰੀਰ ਦੀ ਸਿਹਤ ਹੈ ਜਿਹੜੀ ਅਸਲੀ, ਉਹ ਦਿਮਾਗੀ ਸਿਹਤ ਤੋਂ ਸ਼ੁਰੂ ਹੋ ਕੇ ਅੱਜ ਫਿਜ਼ੀਕਲ ਸਿਹਤ ਤੇ ਜਾ ਕੇ ਮੁੱਕਦੀ ਹੈ। ਜਦ ਕਿ ਪੁਰਾਣੇ ਸਮਿਆਂ ਦੇ ਵਿੱਚ ਇਹ ਚੀਜ਼ ਉਲਟ ਹੁੰਦੀ ਸੀ। ਤਾਂ ਇਹਦੇ ਵਿੱਚ ਆਉਣ ਦਾ ਤਾਂ ਇਹੀ ਕਾਰਨ ਹੈ, ਜ਼ਿੰਦਗੀ ਦਾ ਫਾਸਟ ਹੋਣਾ, ਮਹਿੰਗਾਈ ਦਾ ਵਧਣਾ, ਇੱਛਾਵਾਂ ਦਾ ਵਧਣਾ, ਆਪਣੇ ਆਪ ਨੂੰ ਯਾਨੀ ਕਿ ਕੋਸਣਾ, ਦੂਏ ਨਾਲ ਕੰਪੈਰੀਜ਼ਨ ਕਰਨਾ, ਇਹ ਸਾਰੀਆਂ ਚੀਜ਼ਾਂ ਨੇ, ਇਹ ਸਾਰੀਆਂ ਚੀਜ਼ਾਂ ਨੇ। ਪਰ ਹਮੇਸ਼ਾ ਸਾਨੂੰ ਸਾਡੀ ਸ਼ੁਰੂਆਤ ਤੋਂ ਲੈ ਕੇ ਅੱਜ ਦੇ ਪ੍ਰੈਜ਼ੈਂਟ ਟਾਈਮ ਤੇ ਫਿਊਚਰ ਪਲਾਨ ਦੇ ਉੱਤੇ ਨਿਰਭਰ ਹੋ ਕੇ ਹਾਰਡ ਵਰਕ ਕਰਨਾ ਚਾਹੀਦਾ, ਨਾ ਕਿ ਆਪਣੇ ਆਪ ਨੂੰ ਕਿਸੇ ਵੀ ਤਰੀਕੇ ਡੀਮੋਰਲਾਈਜ਼ ਕਰਕੇ ਜਾਂ ਆਪਣੇ ਆਪ ਨੂੰ ਜਾਂ ਨੈਗੇਟਿਵ ਕਹਿ ਕੇ ਜਾਂ ਆਪਣੇ ਆਪ ਨੂੰ ਨਾਕਾਬਿਲ ਸਮਝ ਕੇ ਇਹਨਾਂ ਨੂੰ ਆਪਣੇ ਆਪ ਤੇ ਅਸਰ ਨਹੀਂ ਕਰਨ ਦੇਣਾ ਚਾਹੀਦਾ ਸਿਚੁਏਸ਼ਨਸ ਨੂੰ, ਕੰਡੀਸ਼ਨਸ ਨੂੰ। ਤਾਂ ਅੱਜ ਦੇ ਵਿਸ਼ੇ ਦੇ ਵਿੱਚ ਦੋਸਤੋ, ਹੋ ਸਕਿਆ ਤੁਹਾਨੂੰ ਮੇਰੀਆਂ ਗੱਲਾਂ ਕੁਛ ਮੈਂ ਤੁਹਾਨੂੰ ਐਕਸਪਲੇਨ ਕਰ ਪਾਇਆ ਹੋਊਗਾ ਵੀ ਜਿਹੜੀ ਮੈਂਟਲ ਹੈਲਥ ਆ ਉਹ ਕਿਉਂ ਜ਼ਰੂਰੀ ਹੈ, ਜਾਂ ਜਿਹੜੀ ਦਿਮਾਗੀ ਸਿਹਤ ਆਪਣੀ ਜੋ ਇਹਦੀਆਂ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਨੇ, ਕਿਉਂ ਆਉਂਦੀਆਂ ਨੇ, ਕਿਵੇਂ ਆਉਂਦੀਆਂ ਨੇ। ਤਾਂ ਮੈਂ ਥੋੜ੍ਹੀਆਂ ਜਿਹੀਆਂ ਐਕਸਪਲੇਨ ਕਰ ਸਕਿਆ, ਪਰ ਤੁਸੀਂ ਇਹਦੇ ਤੇ ਸਰਚ ਆਊਟ ਜ਼ਰੂਰ ਕਰਿਓ, ਫਾਈਂਡ ਆਊਟ ਜ਼ਰੂਰ ਕਰਿਓ, ਕਿਉਂਕਿ ਇਹਦੇ ਬੜੇ ਕੌਜ਼ ਨੇ, ਇਹਦੇ ਬਹੁਤ ਕਿਉਰ ਵੀ ਨੇ, ਪਰ ਸਭ ਤੋਂ ਵੱਡਾ ਕਿਉਰ ਹੈ ਕਮਿਊਨੀਕੇਸ਼ਨ। ਠੀਕ ਹੈ ਜੀ। ਕਮਿਊਨੀਕੇਸ਼ਨ, ਕਾਉਂਸਲਿੰਗ ਤੁਸੀਂ ਆਪਣੇ ਆਪ ਵੀ ਕਰ ਸਕਦੇ ਹੋ। ਤੁਹਾਡੇ ਰਿਸ਼ਤਿਆਂ ਦੇ ਵਿੱਚ, ਸਿਸਟਮ 'ਚ, ਤੁਹਾਡੇ ਪਰਿਵਾਰ ਦੇ ਵਿੱਚ ਕੋਈ ਮੈਂਟਲੀ ਸਟ੍ਰੈਸਡ ਹੈ ਜਾਂ ਉਹਨੂੰ ਡਿਪਰੈਸ਼ਨ ਹੈ, ਤਾਂ ਉਹਨੂੰ ਤੁਸੀਂ ਉਹਨਾਂ ਦੀ ਭਾਵਨਾਵਾਂ ਦੀ ਕਦਰ ਕਰਕੇ ਉਹਨਾਂ ਦੇ ਨਾਲ ਇੱਕ ਵਧੀਆ ਬਿਹੇਵ ਨੂੰ ਜਾਣੀ ਕਿ ਐਡਮਿਟ ਕਰਕੇ ਉਹ ਚੀਜ਼ਾਂ ਨੂੰ ਕਿਉਰ ਕਰ ਸਕਦੇ ਹੋ, ਦੂਰ ਕਰ ਸਕਦੇ ਹੋ। ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਤੋਂ ਵੱਡੀ ਮੈਨੂੰ ਨਹੀਂ ਲੱਗਦਾ ਇਸ ਦੁਨੀਆ ਦੇ ਵਿੱਚ ਕੋਈ ਗੱਲ ਹੋਣੀ ਹੈ ਜਾਂ ਕੋਈ ਪੁੰਨ ਦਾ ਕੰਮ ਹੋਣਾ। ਤਾਂ ਉਮੀਦ ਕਰਦਾ ਦੋਸਤੋ ਆਪਣੇ ਆਲੇ-ਦੁਆਲੇ ਦੇ ਵਿੱਚ ਜ਼ਰੂਰ ਧਿਆਨ ਦਿਓ ਤੇ ਜ਼ਰੂਰ ਇਸ ਬਾਰੇ ਚਰਚਾ ਕਰਿਓ। ਤਾਂ ਜਿਹੜੇ ਵੀ ਹੁੰਦੇ ਨੇ ਤਾਂ ਉਹਨਾਂ ਦੀ ਮਦਦ ਜ਼ਰੂਰ ਕਰਿਓ। ਤਾਂ ਇੱਥੇ ਮੈਂ ਅੰਤ ਦੇ ਵਿੱਚ ਦੱਸਦਾ ਚੱਲਾਂ, 8 ਸਤੰਬਰ ਨੂੰ ਆਪਣੇ ਨਿਊਜ਼ੀਲੈਂਡ ਦੇ ਵਿੱਚ ਵੀ ਇਸ ਚੀਜ਼ ਦਾ ਇੱਕ ਇੰਡੋਰ ਹੈ ਜਿਹੜੀ ਉਹ ਟਾਕ ਹੋਣੀ ਹੈ। ਤਾਂ ਉਹਦੇ ਵਿੱਚ ਬੜੇ ਹੀ ਸਾਈਕੋਲੋਜਿਸਟ, ਡਾਕਟਰਸ ਆਉਣਗੇ। ਤਾਂ ਉਮੀਦ ਕਰਦੇ ਹਾਂ ਜਿੰਨੇ ਵੀ ਉੱਥੇ ਇਨਵਾਈਟਡ ਨੇ, ਇਨਵੀਟੇਸ਼ਨ ਵਾਲਾ ਲਿਮਿਟਡ ਪ੍ਰੋਗਰਾਮ ਹੈ, ਤਾਂ ਉਹਨੂੰ ਆਨਲਾਈਨ ਟੈਲੀਕਾਸਟ ਕਰਨ ਦੀ ਕੋਸ਼ਿਸ਼ ਕਰੂਗਾ ਅਦਾਰਾ। ਤਾਂ ਤੁਸੀਂ ਸਾਰੇ ਉਹਦੇ ਨਾਲ ਆਨਲਾਈਨ ਜੁੜਿਓ, ਤਾਂ ਜੋ ਇਸ ਮੁੱਦੇ ਨੇ, ਇਸ ਗੰਭੀਰ ਮੁੱਦੇ ਦੇ ਉੱਤੇ ਆਪਾਂ ਹੋਰ ਅਵੇਅਰਨੈਸ ਹੈ ਜਿਹੜੀ ਉਹ ਆਮ ਲੋਕਾਂ ਤੱਕ ਪਹੁੰਚਾ ਸਕੀਏ। ਕਿਉਂਕਿ ਅੱਜ ਇਹ ਚੀਜ਼ ਬੜੇ ਜ਼ਿਆਦਾ ਵੱਡੇ ਇੰਪੈਕਟ ਪਾ ਰਹੀ ਹੈ, ਜਿੱਥੇ ਰਿਲੇਸ਼ਨ ਟੁੱਟ ਜਾਣੇ, ਬੱਚਿਆਂ ਦੀ ਜ਼ਿੰਦਗੀ ਤੇ ਬਹੁਤ ਬੜਾ ਅਸਰ ਪੈਣਾ, ਜਾਂ ਕਿਸੇ ਨੇ ਆਪਣੀ ਜ਼ਿੰਦਗੀ ਹੀ ਖਤਮ ਕਰ ਲਈ, ਜਾਂ ਕਿਸੇ ਨੇ ਇੰਨਾ ਜ਼ਿਆਦਾ ਆਪਣੇ ਆਪ ਨੂੰ ਮੈਂਟਲੀ ਸਟ੍ਰੈਸਡ ਕਰ ਲਿਆ ਵੀ ਉਹਨੂੰ ਫਿਜ਼ੀਕਲੀ ਬਿਮਾਰੀਆਂ ਲੱਗ ਗਈਆਂ। ਤਾਂ ਇਹਨਾਂ ਚੀਜ਼ਾਂ ਦੇ ਵਿੱਚੋਂ ਆਪਾਂ ਆਪਣੇ ਸਮਾਜ ਨੂੰ, ਆਪਣੀ ਸੁਸਾਇਟੀ ਨੂੰ, ਆਪਣੇ ਲੋਕਾਂ ਨੂੰ ਅਵੇਅਰ ਕਰਕੇ ਬਾਹਰ ਕੱਢ ਸਕੀਏ ਦੋਸਤੋ, ਕਿਉਂਕਿ ਇਹਦੀ ਕੋਈ ਜੜੀ ਬੂਟੀ ਜਾਂ ਕੋਈ ਦਵਾਈ ਨਹੀਂ। ਤਾਂ ਇਹ ਤਾਂ ਸਿਰਫ ਆਪਣੀ ਚਰਚਾ, ਆਪਣੇ ਪਿਆਰ ਭਰੇ ਬੋਲਾਂ ਦੇ ਨਾਲ ਤੇ ਇੱਕ ਪਿਆਰ ਭਰੇ ਬਿਹੇਵੀਅਰ ਦੇ ਨਾਲ ਇਸ ਚੀਜ਼ਾਂ ਨੂੰ ਆਪਾਂ ਨਜਿੱਠ ਸਕਦੇ ਹਾਂ। ਤਾਂ ਉਮੀਦ ਕਰਦਾ ਅੱਜ ਦੀ ਟਾਕ ਤੁਹਾਨੂੰ ਵਧੀਆ ਲੱਗੀ ਹੋਊਗੀ ਦੋਸਤੋ। ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਸੇ ਨਵੇਂ ਮੁੱਦੇ, ਨਵੀਂ ਗੱਲਬਾਤ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਜੀ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।